ਵਾਹਿਗੁਰੂ ਸਾਹਿਬ ਜੀ। ਆਸਾੜਤ ਪੰਧਾ ਤਿਸ ਲੱਗੈ, ਹਰ ਨਾਹ ਨਜਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੋਇ ਭਾਏ ਵੇ ਗੁਚੀਐ, ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮਥੈ ਜੋ ਲਿਖਿਆਸ। ਰੈਣ ਵਿਹਾਣੀ ਪਛੋਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਰਾਧਾ ਨਿਰਾਸ ਪਾਲਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਸਵਰ ਛਤਰ ਤਖਤ ਦੇ ਮਾਲਕ, ਗੱਦੀ ਤੇ ਬਿਰਾਜਮਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਜ਼ਾਕਤ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਗੁਰੂ ਜਨ ਗੁਰੂ ਪਿਆਰਿਓ, ਜਿੱਥੇ ਅਸੀਂ ਸਾਰੇ ਹੀ ਸਰੀਰ ਕਰਕੇ ਤਨ ਕਰਕੇ ਆਏ ਹਾਂ, ਮਨ ਦਾ ਟਿਕਾ ਬਣਾਈਏ, ਸੁਰਤੀਆਂ ਬਿਰਤੀਆਂ ਨੂੰ ਕਰੀਏ ਇਕਾਗਰ, ਬਣਾਈਏ ਰਸਨਾ ਨੂੰ ਸਫਲਾ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾੜਤ ਪੰਧਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਆਸਾੜਤ ਪੰਧਾ ਤਿਸ ਲੱਗੈ, ਹਰ ਨਾਹ ਨਾ ਜਿਨਾ ਪਾਸ। ਆਸਾੜ ਤਪੰਦਾ ਤੇ ਆਸਾੜ ਸੁਹੰਦਾ, ਲਾਸਟ ਦੀਆਂ ਤੁਕਾਂ ਵਿੱਚ ਮੇਰੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਆਸਾੜ ਸੁਹੰਦਾ, ਤੇ ਰੰਭ ਦੀਆਂ ਤੁਕਾਂ ਵਿੱਚ ਮੇਰੇ ਸਤਿਗੁਰੂ ਜੀ ਕਹਿ ਰਹੇ ਨੇ ਆਸਾੜ ਤਪੰਦਾ। ਹੁਣ ਸੁਹੰਦਾ ਕੀ ਹੈ ਤੇ ਤਪੰਦਾ ਕੀ ਹੈ? ਥੋੜਾ ਜਿਹਾ ਆਪਾਂ ਇਸ ਪਾਸੇ ਖਿਆਲ ਦੇਣਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਾਨੂੰ ਇਸ ਸ਼ਬਦ ਰਾਹੀਂ ਸਮਝਾਉਣਾ ਕੀ ਚਾਹੁੰਦੇ ਨੇ। ਮੇਰੇ ਸਾਹਿਬ ਜੀ ਕਹਿੰਦੇ ਨੇ ਤਪੰਦਾ ਤੋਂ ਭਾਵ ਹੈ ਤਪਦਾ। ਹੁਣ ਇਸ ਧਰਤੀ ਤੇ ਇੰਨੀ ਗਰਮੀ ਪੈਂਦੀ ਨਹੀਂ ਹੈ। ਅਸੀਂ ਭਾਰਤ ਵਿੱਚ ਵੇਖਦੇ ਹਾਂ, ਇਹ ਬਾਣੀ ਭਾਰਤ ਵਿੱਚ ਉਸਾਰੀ ਹੋਈ ਹੈ। ਉੱਥੇ ਹੁਣ ਵੀ ਵੇਖੋ 45 ਤੋਂ ਲੈ ਕੇ 47 ਜਾਂ 50 ਡਿਗਰੀ ਤੱਕ ਵੀ ਉੱਥੇ ਤਾਪਮਾਨ ਪਹੁੰਚ ਜਾਂਦਾ ਹੈ।
ਤੇ ਜਦੋਂ ਤਾਪਮਾਨ ਇੰਨਾ ਹੁੰਦਾ ਹੈ ਤੇ ਉਦੋਂ ਹਰ ਕੋਈ ਮਨੁੱਖ ਲੁੱਛਣ ਲੱਗ ਜਾਂਦਾ। ਲੁੱਛਣ ਤੋਂ ਭਾਵ ਹੈ ਉਹਨੂੰ ਗਰਮੀ ਬੜੀ ਲੱਗਦੀ ਹੈ। ਤੇ ਜਦੋਂ ਮਨੁੱਖ ਨੂੰ ਗਰਮੀ ਲੱਗਦੀ ਹੈ ਤੇ ਇਸ ਗਰਮੀ ਨੂੰ ਦੂਰ ਕਰਨ ਲਈ ਮਨੁੱਖ ਕੋਈ ਦਰਖਤਾਂ ਦਾ ਸਹਾਰਾ ਲੈਂਦਾ, ਕੋਈ ਜਿੱਥੇ ਪਾਣੀ ਹੋਵੇ, ਝੀਲਾਂ ਹੋਣ, ਉਸ ਪਾਸੇ ਤੁਰ ਜਾਂਦਾ ਹੈ, ਤੇ ਕੋਈ ਸਮਰੱਥਾ ਵਾਲੇ ਹੋਣ ਜਿੱਥੇ ਠੰਡ ਪੈਂਦੀ ਹੋਵੇ, ਹਿਲ ਸਟੇਸ਼ਨ ਹੋਣ, ਪਹਾੜੀ ਇਲਾਕਾ ਹੋਵੇ, ਉੱਥੇ ਤੁਰ ਜਾਂਦਾ ਹੈ। ਤੇ ਕਿਸੇ ਕੋਲ ਜ਼ਿਆਦਾ ਸਮਰੱਥਾ ਹੈ, ਅੱਜ ਦੇ ਯੁੱਗ ਦੇ ਵਿੱਚ ਘਰ ਏਸੀ, ਕਾਰ ਏਸੀ, ਜਿੱਥੇ ਬਹਿਣਾ ਹੈ ਜਾ ਕੇ ਦੁਕਾਨ ਤੇ ਉਹ ਵੀ ਏਸੀ ਕਰਵਾ ਲਿਆ। ਹਾਂ, ਤਨ ਦੀ ਜਿਹੜੀ ਸਕਿਨ ਹੈ ਉਸਨੂੰ ਤੇ ਠੰਡ ਮਹਿਸੂਸ ਹੋ ਸਕਦੀ ਹੈ। ਉਸ ਲਈ ਤੇ ਮਨੁੱਖ ਨੇ ਇੰਤਜ਼ਾਮ ਕਰ ਲਏ ਨੇ ਕਿ ਮੇਰੇ ਬਾਡੀ ਨੂੰ, ਮੇਰੇ ਸਰੀਰ ਨੂੰ ਇਹ ਜਿਹੜਾ ਮਹੀਨਾ ਤਪਦਾ ਹੈ, ਤਪਸ਼ ਹੈ, ਇਹ ਗਰਮੀ ਹੈ, ਇਹ ਨਾ ਲੱਗੇ। ਪਰ ਗੱਲ ਤਾਂ ਸੀ ਮਨ ਦੀ। ਮਨ ਕਰਕੇ ਮਨੁੱਖ ਫਿਰ ਵੀ ਤਪ ਰਿਹਾ। ਭਾਵੇਂ ਜਿੱਥੇ ਬਰਫ਼ ਪੈ ਰਹੀ ਹੈ, ਇੱਥੇ ਹੁਣ ਗਰਮੀ ਨਹੀਂ ਹੈਗੀ, ਕਿ ਇੱਥੇ ਤੁਸੀਂ ਤਪ ਨਹੀਂ ਰਹੇ? ਸਾਡੇ ਅੰਦਰ ਤੜਫਣਾ ਨਹੀਂ, ਸਾਡੇ ਅੰਦਰ ਮਾਨਸਿਕ ਪ੍ਰੋਬਲਮਸ ਨਹੀਂ, ਅਸੀਂ ਮਨ ਕਰਕੇ ਫਿਰ ਵੀ ਤੜਫ ਰਹੇ ਹਾਂ। ਗੱਲ ਗਰਮੀ ਦੀ ਨਿਰੀ ਨਹੀਂ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ, ਜੇ ਸਰੀਰ ਕਰਕੇ ਮਨੁੱਖ ਤਪਦਾ ਹੈ ਜਦੋਂ ਧੁੱਪ ਪੈਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਸ਼ਬਦ ਹੈ 1108 ਤੇ ਸਤਿਗੁਰੂ ਜੀ ਵੀ ਕਹਿੰਦੇ ਨੇ, ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁੱਖ ਸਹੈ, ਸੋਖੈ ਅਗਨ ਪਖੈ। ਤੇ ਗਗਨ ਮੀਨਸ ਆਕਾਸ਼। ਆਕਾਸ਼ ਵਿੱਚ ਜਦੋਂ ਸੂਰਜ ਤਪਦਾ ਹੈ ਨਾ, ਧਰਤੀ ਵੀ ਸੁੱਕਣ ਲੱਗ ਜਾਂਦੀ ਹੈ। ਧਰਤੀ ਦੀ ਜਿਹੜੀ ਨਮੀ ਹੈ ਨਾ, ਉਹ ਸੁੱਕਣ ਲੱਗ ਜਾਂਦੀ ਹੈ। ਤੇ ਧਰਤੀ ਦੀ ਜਦੋਂ ਨਮੀ ਸੁੱਕਦੀ ਹੈ ਤੇ ਜਿਹੜੇ ਖੇਤ ਜਿਨ੍ਹਾਂ ਨੇ ਵਾਹੇ ਨੇ, ਜਿਨ੍ਹਾਂ ਨੇ ਕਰਸਾਣੀ ਕੀਤੀ ਹੈ, ਉਹਨਾਂ ਨੂੰ ਪਤਾ ਹੈ ਜਦੋਂ ਸੂਰਜ ਦੀ ਧੁੱਪ ਪਵੇ ਤੇ ਧਰਤੀ ਦੀ ਨਮੀ ਸੁੱਕ ਜਾਂਦੀ ਹੈ ਤੇ ਧਰਤੀ ਜਿਹੜੀ ਫਟ ਜਾਂਦੀ ਹੈ, ਤਰੇੜਾਂ ਪੈ ਜਾਂਦੀਆਂ। ਇਸੇ ਤਰ੍ਹਾਂ ਗੁਰੂ ਪਿਆਰਿਓ, ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਵਿਕਾਰਾਂ ਦੀ ਤਪਸ਼ ਬਹੁਤ ਹੈ, ਧਿਆਨ ਦਿਆ ਜੇ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ ਅੱਗ। ਇਹ ਜਦੋਂ ਧੁੱਪ ਪੈਂਦੀ ਹੈ, ਕਈ ਮਨੁੱਖ ਕਹਿੰਦੇ ਨੇ ਬੜੀ ਅੱਜ ਅੱਗ ਵਰੀ ਹੈ, ਬੜੀ ਅੱਗ ਵਰੀ ਹੈ। ਧੁੱਪ ਨੂੰ ਵੀ ਅੱਗ ਕਿਹਾ ਜਾਂਦਾ ਹੈ। ਤੇ ਜਿਹੜੀ ਅੱਗ ਹੈ ਉਹ ਸਾੜਦੀ ਹੈ। ਜਿਹੜੀ ਪ੍ਰਤੱਖ ਅੱਗ ਹੈ ਉਹ ਸਾੜ ਦਿੰਦੀ ਹੈ। ਪ੍ਰਤੱਖ ਅੱਗ, ਚੁੱਲ੍ਹੇ ਦੀ ਅੱਗ ਵੇਖੋ, ਜਦੋਂ ਅਸੀਂ ਪ੍ਰਸ਼ਾਦੇ ਪਕਾਉਂਦੇ ਹਾਂ, ਇਹ ਨਿਯਮ ਵਿੱਚ ਹੈ ਤੇ ਅਸੀਂ ਇਹਦੇ ਕੋਲ ਬੜਾ ਕੰਮ ਲੈਂਦੇ ਹਾਂ। ਪਰ ਜੇ ਇਹ ਨਿਯਮ ਤੋਂ ਬਾਹਰ ਹੋ ਜਾਵੇ ਤੇ ਨਗਰਾਂ ਦੇ ਨਗਰ, ਜੰਗਲਾਂ ਦੇ ਜੰਗਲ ਸਾੜ ਦਿੰਦੀ ਹੈ। ਪਿੱਛੇ ਜੀ ਵੇਖੋ, ਆਸਟ੍ਰੇਲੀਆ ਦੇ ਜੰਗਲਾਂ ਨੂੰ ਅੱਗ ਲੱਗੀ ਰਹੀ ਤੇ ਕਈ ਕੰਟਰੀਆਂ ਉਸ ਦੀ ਮਦਦ ਕਰਨ ਵਾਸਤੇ ਪਹੁੰਚੀਆਂ, ਉਸ ਜੰਗਲ ਦੀ ਅੱਗ ਨੂੰ ਬੁਝਾਉਣ ਲਈ, ਪਰ ਬੁੱਝੀ ਨਹੀਂ। ਬੁੱਝੀ ਪਤਾ ਕਿਵੇਂ? ਜਦੋਂ ਰੱਬ ਨੇ ਕਿਰਪਾ ਕੀਤੀ, ਉਤੋਂ ਮੀਂਹ ਪਿਆ ਨਾ, ਬਰਸਾਤ ਪਈ ਤੇ ਫਿਰ ਬੁੱਝ ਗਈ। ਮੀਂਹ ਪਿਆ, ਬਰਸਾਤ ਹੋਈ ਤੇ ਅੱਗ ਬੁੱਝ ਗਈ। ਹੁਣ ਕਹਿਣ ਤੋਂ ਭਾਵ ਹੈ ਇਹ ਅੱਗ ਕਿੰਨੀ ਹੈ? ਹੰਸ ਦਾ ਅਰਥ ਇੱਥੇ ਆਤਮਾ ਵੀ ਹੈ। ਹੰਸ ਉਹ ਉੱਡਰ ਕੋਧਰੇ ਪਿਆ। ਹੰਸ ਇੱਕ ਪੰਛੀ ਵੀ ਹੈ। ਹੰਸ ਆਤਮਾ ਨੂੰ ਵੀ ਕਹਿੰਦੇ ਨੇ। ਤੇ ਇੱਥੇ ਹੰਸ ਦਾ ਅਰਥ ਹੈ ਹਿੰਸਾ। ਹਮੇਸ਼ਾ ਜਿਹੜਾ ਮਨੁੱਖ ਹਿੰਸਾ ਕਰਦਾ ਹੈ, ਹਿੰਸਾ ਵਿੱਚ ਲੱਗਾ ਰਹਿੰਦਾ ਹੈ, ਉਹ ਵੀ ਤੜਫਦਾ ਰਹਿੰਦਾ ਹੈ। ਉਦਾਹਰਣ ਮੈਂ ਦੇਵਾਂ, ਪਕੜ ਵਿੱਚ ਆ ਜੇ। ਮਾਨੋ ਕਿ ਮੈਂ ਟ੍ਰੇਨ ਦੇ ਵਿੱਚ ਬੈਠਾ, ਬਿਨਾਂ ਟਿਕਟ ਲੈ ਕੇ, ਟਿਕਟ ਨਹੀਂ ਲਈ ਤੇ ਮੈਂ ਬਹਿ ਗਿਆ। ਨਾਲ ਦੇ ਤੇ ਬੜੇ ਖੁਸ਼ ਨੇ, ਬੜੇ ਹੱਸ ਰਹੇ ਨੇ, ਉਹ ਬੇਪਰਵਾਹ ਨੇ, ਬੜੇ ਖੁਸ਼ ਨੇ, ਕਿਉਂਕਿ ਉਹਨਾਂ ਨੇ ਟਿਕਟ ਲਈ। ਉਹਨਾਂ ਨੂੰ ਪਤਾ ਵੀ ਜਦੋਂ ਚੈੱਕਰ ਆਏਗਾ, ਟੀਟੀ ਆਏਗਾ, ਸਾਨੂੰ ਕੋਈ ਪਰਵਾਹ ਨਹੀਂ, ਇੱਥੇ ਤੇ ਟਿਕਟ ਲਈ ਬੈਠੇ ਆ।
पर जिन्हें अजे टिकट नहीं ना कटाई तो उन्होंने यही पता भी इस बारी तो ना आ जाए, इस दरवाजे चो ना आ जाए। जे आया तो उन्हें मैनू पुछया तो सारिया के सामने मैनू शर्मसार होना पएगा, लज्जित होना पएगा, थोड़े काल कोठड़ी विच भी जाके दे दे, जुर्माना भी देना पएगा। मायूस है, घबराया होया है, डरिया होया है, सहमिया होया है। तो इस तरह गुरु प्यारिओ जेड़े दिने रात हिंसा करते ने वो सहमे रहिंदे ने, वो डरे रहिंदे ने। ते जिन्हें कीती नहीं उन्होंने डर की है। मेरे पातशाह कहते ने ये जिहड़ी अग भी है ना, हिंसा की अग, नरदई पुणे की अग, ये भी मनुख नूं साड़दी पई। क्योंकि मैं आ लिया है शब्द गुरु सा, असाड़ तपंदा तिस लग्या। तपंदा ते सुहंदे ते आउणा है। सोहना किहड़ा वास्ते है, चंगा किहड़ा वास्ते है। ते अग वो जिहड़ी अग वर रही है, जे चैकर आ गया तो आया, उन्हें टिकट विखा दी, कोई प्रॉब्लम नहीं। हिंसा जिहड़ा करदा है उन्होंने दर्द होएगी, नरदई नूं दर्द होएगी, उहदे अंदर ये नरदई पुणे दी अग लगी रहेगी। मेरे पातशाह जी कहंदे ने हेत वेखो चारे नदियां अग, अग वेखो एक प्रतख अग्नि है, अग एक बड़वा अग्नि है। बड़वा अग कहते ने जिहड़ी पानी दे विच अग लगी होवे। एक अग पानी जिहड़ा है वो अग बुझा देंदा है। एक पानी विच भी अग लगी है। पानी जिहड़ा है कोलियां ते पाओ ते अग बुझाउंदा है, पर जे पानी विच भी अग लग जाए फिर की करोगे। हुण मेरा इशारा है, जे गुरुद्वारे भी आउंदियां होया बाणी पढ़दियां भी अग लगी है तो फिर की करोगे। मैं इनू इहदा खुलासा करदा। हुण मेरे पातशाह कहंदे ने चारे नदियां अग, बड़वा अग। आ कई बारी वेखो चूना जिहड़ा हुंदा है ना, चूना पानी अग बुझा देंदा है, पर चूने दे विच पानी पाओ ते चूने दे विचों उबाले निकल लग पैंदे ने, अग दे उबाले निकल लग पैंदे ने। चूने विच पानी पा दिओ, हथ पाओ ते हथ साड़ देगा। वैसे चूने विच पाउंदे ते शायद हथ ना सड़दा, पर पानी पा दिता है अग निकलण लग पई। अग किन्ने प्रकार दी है, मनुख नूं किवें साड़दी है। असाड़ तपंदा तिस लगा। अग हेत, हेत तो भाव है मोह। जेड़ा मनुख मोह दे विच फसिया होया है, ए कुटंब तू जे देखदा। वेखो जेड़े मोह विच फसे ने तड़ख पए ने, सुत्ते नहीं जांदे, बैड ते नींदर नहीं आउंदी। मोह जेड़ा है, मोह रूपी अग साड़ रही है। तो मेरे पातशाह जी की कहंदे ने, ए कुटंब तू जे देखदा, चलै नाही तेरा नाले, साथ तेरा चलै नाही, तिस नाल क्यों चितलाइया। ऐसा काम मूले ना कीचा, जित अंत पछोताइया। ये जिहड़ा मोह दी अग है, ये भी बंदे नूं टिकण नहीं देंदी। मोह जिहड़ा है सताउंदा है। मोह दे कारण मनुख प्या होया भी तड़फी जांदा है। एसी भी लगा है, सोहना रूम भी है, हर सुख हर सहूलत उस रूम दे विच प्रोवाइड है, पर मनुख तड़फी जा रहा, क्योंकि मोह दी अग अंदर पख रही है। चारे नदियां अग। मेरे साहिब जी कहते ने बड़वा अग पानी दे विचों। जे असीं मणीकरण साहब गुरुद्वारा जाने ना, मणीकरण साहब जाइए ना, उत्थे लंगर भी जिहड़ा ना पानी विचों अग निकलदी है, पानी उबलदा है ते ओहदे नाल ही लंगर बनदा है। ये हुण प्रतख है गल। ये गल ये नहीं है भी हाँ जी दसो जी, उदाहरण दे के दसो, असी साडी कोई तसल्ली नहीं हुई। उत्थे जाओ तो तुहानूं पता लग जाएगा, होर भी थावां ते निकलदी है। पर मैनूं इन्ना ज्ञान नहीं, मैनूं मणीकरण साहब का पता है भी कित्थे कित्थे अग निकलदी है। मैनूं उस धार्मिक स्थान है, इस करके मैनूं उत्थों दा पता है। उत्थे लंगर भी जिहड़ा है, पानी उबल रहा है, पानी विच अग लगी है, लंगर बन जाता है। मेरे पातशाह कहते बंदिया तेरे विच वेख किन्ने प्रकार की अग लगी हुई है। हंस नरदई पुणा हेत मोह, ते अगे आ गया लोभ। लोभ जिहड़ी लोभ दी अग है ना, ये बंदे नूं एक थां ते नहीं टिकण देंदी।
द्वार है द्वार सुहान जो डोलत, दर दर ते भटकाउंदी है, दर दर ते लैके जाती है। मनुख नूं वार वार शर्मसार होना पैंदा है। लोभ जिहड़ा है किधरे टिकण नहीं देंदा, लोभ एक अग है किधरे टिकण नहीं देंदा। ते कोप, कोप जिन्हों असीं कहने क्रोध, जदों क्रोध आउंदा है ना उदों भी अग अखां चों बरसण लग पैंदी, अखां लाल पीलियां हो जांदियां ने, अखां चों अग सूहे रंग दियां लाल अखां हो जांदियां ने। जदों क्रोध आउंदा है ते अखां चों प्रगट होना शुरू हो जाता है, अखां चों अग वरनी शुरू हो जाती है, बीपी वध जाता है, सिर फटण नूं आ जाता है, मत मारी जाती है, मनुख डिसीजन गलत ला पैंदा है। ते जदों 5 ਜਾਂ 6 मिनट पैंदे ने, जदों अग दा ओह उबाल ठंडा हुंदा है, फिर पश्चाताप करन लग पैंदा है, मैं ते गुस्से विच आके काम कर बैठा, मैनू करना नहीं सी चाहिदा। ये मैं अग जिहड़ी क्रोध दी अग सी, इहने मैनू इहो जिहा भंबाका अंदर फुरिया, मैं गुनाह कर बैठा, पाप कर बैठा, मेरे तो ये अत्याचार हो गया है। फिर जदों अग ठंडी होंदी है ते पश्चाताप करता है, मेरे पातशाह कहंदे ने पाव है दज्जे नानका तरीए करमी लग, जेड़े अग विच पै गया वो ते गया सड़। अग विच जेड़ा पवेगा, मकई भुनियारा जदों भुनदा है ना ते दाने फुलदे ने, ते जेड़े फुलदे ने कड़ाई विच पए रहण ते ठीक है, जे फुल के बाहर आ जाण ते जे भट्ठी विच डिग पैण ते सड़ जांदे ने। मेरे सतगुरु जी कहते ने ऐ मनुख अग, बड़वा अग, प्रतख अग, मोह दी अग, क्रोध दी अग, ते कई बारी आसमान तो भी अग डिग पैंदी जी, जिन्हों आपां बिजली कहने। अनचान चक जिहड़ी अग डिगदी है ते वो बिजली जिहड़ी है आकाश तो गिरदी है, मींह भी पै रहा, बरसात भी हो रही है, पर वो बिजली डिगी, वो अग डिगी तो उन्हें कई घर साड़ दिते, उन्हें कई दर साड़ दिते। मेरे पातशाह कहंदे ने अग है, भुख दी भी अग है, जिन्हों असीं कहने तृष्णा, भुखिया भुख ना उतरी, अग ते मैं रुकिया, जे बन्ना पुरियां भार। ये जिहड़ी भुख दी अग है, ये भी बंदे नूं टिकण नहीं देंदी। भुख ये नहीं है जिहड़े असीं उधर दे विच असीं अन्न पाउने आ, राशन पाउने आ, ये नहीं, ये ते ना अपने घर मिले तो गुरु घर आके छक लईए, एक प्रशादा, 2 किसी की कैपेसिटी 3 है, कोई 4 या 5 खा ले, तो फिर नक्को नक ढिड भर जाता है। जो उन्होंने कहिए भी एक होर लै लै तो हथ खड़े कर देंदा है। पर जिहड़ी तृष्णा दी अग है, अज तक किसी मनुख ने नहीं हाथ खड़े किए भी हुण मैनू, मैं मेरा मन भर गया, हुण मेरी तृष्णा रज गई है, हुण मैनू इहदी लोड़ नहीं, क्योंकि मेरे बापू ने कहा जो पावक ईंधन नहीं धरापै। ईंधन लक्कड़, बालन, पेट्रोल, गैस जिन्हों असीं कहने आ, ते जिन्ना गैस, जिन्ना पेट्रोल, ईंधन, लक्कड़ अग नूं मिलदी है, ते अग नूं जिन्ना ईंधन मिलेगा की हुंदा है, ओहदियां लाटां वध निकलदियां ने, ओहदे भंबाकड़ वध निकलदे ने। मेरे पातशाह कहंदे ने बंदिया रब नूं भुला के जदों संसारी पदार्थां वाले आया है, तेरी तड़फना वध हो रही है, घट नहीं हो रही। बंदा कहंदा है भी मैं संसार दे पदार्थ इकट्ठे करके संसारी सुख, मनुख कहंदा है फिर मैं बाद विचों लवांगा, मैनू धन पदार्थ एक बारी उम्र है, बचपना पहला एवें लंघ जाता है, जोबन आउंदा है तो विकारां दी अग विच निकल जाता है, जोबन ढलना शुरू होंदा है ते मनुख पता जिहड़े पदार्थां दी अग ओहदी वध जाती है, पर रब दे नेड़े मनुख नहीं आ पाउंदा, रब दी महरामत दा पात्र बनदा नहीं। मेरे पातशाह जी कहंदे ने असाड़ तपंदा तिस लगा, तिस भाव उस नूं हाड़ दे महीने दी जिहड़ी तपश साड़ दी है, किहना नूं जी, हर नाहा ना कहते ने परमात्मा, हर भाव परमात्मा, ना दा हो गया परमात्मा दा नाम, जिन्हां दे अंदर नहीं,
ਜਿਵੇਂ ਬਾਹਰ ਦੀ ਅੱਗ ਮਨੁੱਖ ਦੇ ਤਨ ਨੂੰ ਸਾੜਦੀ ਹੈ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਰੱਬ ਦਾ ਨਾਮ ਨਹੀਂ, ਗੁਰੂ ਪਿਆਰਿਓ, ਉਹਨਾਂ ਨੇ ਤਨ ਨੂੰ ਤੇ ਠੰਡੀਆਂ ਥਾਵਾਂ ਤੇ ਲੈ ਕੇ ਏਸੀ ਜਾਂ ਹੋਰ ਕਈ ਪ੍ਰੋਗਰਾਮ ਇੰਤਜ਼ਾਮ ਆਪਣੇ ਬਾਡੀ ਦੇ ਉਹਨਾਂ ਨੇ ਕਰ ਲਏ, ਪਰ ਮਨ ਕਰਕੇ ਉਹ ਫਿਰ ਵੀ ਤੜਫਦੇ ਰਹਿੰਦੇ। ਮਨ ਕਰਕੇ ਉਹਨਾਂ ਨੂੰ ਸਕੂਨ ਨਹੀਂ ਹੈ। ਤਨ ਕਰਕੇ ਤੇ ਬੜੀਆਂ ਸਹੂਲਤਾਂ ਬਣਾ ਲਈਆਂ, ਤਨ ਕਰਕੇ ਤੇ ਬੜੀਆਂ ਸਹੂਲਤਾਂ ਪ੍ਰੋਵਾਈਡ ਆਪਣੇ ਤਨ ਨੂੰ ਕਰਵਾਈਆਂ, ਪਰ ਮਨ ਕਰਕੇ ਤੜਫ ਰਿਹਾ। ਪੁੱਛੋ ਕਿਵੇਂ ਗੁਰੂ ਸਾਹਿਬ ਜੀ ਨੂੰ। ਕਿਆ ਹਰ ਨਹਾ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਰੱਬ ਪਰਮਾਤਮਾ ਦਾ ਨਾਮ ਨਹੀਂ। ਜਗ ਜੀਵਨ ਪੁਰਖ, ਪੁਰਖ ਦਾ ਅਰਥ ਕਰਾਂਗੇ ਪਰਮਾਤਮਾ। ਜਗ ਜੀਵਨ ਤੋਂ ਭਾਵ ਕਰਾਂਗੇ ਜਿਹੜੇ ਜਗਤ ਨੂੰ ਜੀਵਨ ਦੇਣ ਵਾਲਾ ਹੈ, ਜਿਹੜਾ ਜਗਤ ਨੂੰ ਬਣਾਉਣ ਵਾਲਾ ਹੈ। ਜਗ ਜੀਵਨ ਪੁਰਖ ਤਿਆਗ ਕਹਿ, ਤਿਆਗ ਕਹਿ ਤੋਂ ਅਰਥ ਕਰਾਂਗੇ ਜਿਹੜਾ ਜਗਤ ਨੂੰ ਬਣਾਉਣ ਵਾਲਾ ਹੈ, ਜਿਹੜਾ ਮਨੁੱਖ ਤੈਨੂੰ ਸਿਰਜਣਾ ਕਰਨ ਵਾਲਾ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਨੇ ਤੈਨੂੰ ਜੰਮਿਆ ਸਵਾਰਿਆ, ਜਨਮ ਦੇ ਕੇ ਸਵਾਰਿਆ ਫਿਰ ਸ਼ਿੰਗਾਰਿਆ। ਮਾਂ ਦੇ ਕੁੱਖ ਦੇ ਵਿੱਚ ਕਿੰਨਾ ਸੋਹਣਾ ਤੇਰਾ ਸਰੀਰ ਬਣਾ ਦਿੱਤਾ, ਮਾਂ ਦੀ ਰੱਤ ਪਿਤਾ ਦੇ ਬਿੰਦ ਤੋਂ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ, ਗਰਭ ਅਗਨ ਮਹਿ, ਅੱਗ ਦੀ ਗੱਲ ਫਿਰ ਆ ਗਈ ਨਾ ਇੱਥੇ। ਬਾਹਰ ਦੀਆਂ ਅੱਗਾਂ ਤੇ ਮਾਂ ਦੇ ਕੁੱਖ ਦੇ ਵਿੱਚ ਵੀ ਅੱਗ ਹੈਗੀ ਹੈ। ਇਸ ਅਸੀਂ ਸਰੀਰ ਦੇ ਵਿੱਚ ਜਦੋਂ ਅਸੀਂ ਜੋ ਕੁਝ ਵੀ ਇਸ ਉਦਰ ਦੇ ਵਿੱਚ ਪੇਟ ਵਿੱਚ ਪਾਉਂਦੇ ਆ ਤੇ ਸੜ ਜਾਂਦਾ ਹੈ, ਮਿੱਟੀ ਬਣ ਜਾਂਦਾ ਹੈ, ਅੱਗ ਉਸ ਨੂੰ ਸਾੜ ਦਿੰਦੀ ਹੈ। ਤੇ ਇਸੇ ਹੀ ਉਦਰ ਦੇ ਵਿੱਚ ਮਨੁੱਖ ਜਦੋਂ ਪੁੱਠਾ ਲਟਕ ਰਿਹਾ ਹੈ, ਰੱਬ ਉਹਨੂੰ ਰੋਜੀ ਵੀ ਦੇ ਰਿਹਾ ਹੈ, ਖੁਰਾਕ ਵੀ ਦੇ ਰਿਹਾ ਹੈ। ਤੇ ਇੱਥੇ ਤੇ ਅੱਗ ਇਸ ਉਦਰ ਦੇ ਵਿੱਚ ਜਿਹੜੀ ਚੀਜ਼ ਪਾਈਏ ਸੜ ਜਾਂਦੀ ਹੈ, ਪਰ ਬੰਦਿਆ ਤੂੰ ਕਿਉਂ ਨਾ ਉੱਥੇ ਸੜਿਆ। ਗਰਭ ਅਗਨ ਮੈਂ ਜਿਨੇ ਉਬਾਰਿਆ, ਮਾਂ ਦੀ ਕੁੱਖ ਜਠਰ ਅੱਗ ਦੇ ਵਿੱਚ ਤੈਨੂੰ ਰੱਬ ਨੇ ਉੱਥੇ ਬਚਾ ਲਿਆ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸ ਨੇ ਤੈਨੂੰ ਸਵਾਰਿਆ ਸ਼ਿੰਗਾਰਿਆ। ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬੇਵਸਤਾ ਤੁਝੇ ਪਿਆਰੈ ਦੂਧ। ਜਦੋਂ ਤੇਰੀ ਅਵਾਰਕ ਅਵਸਥਾ ਸੀ, ਜਦੋਂ ਤੂੰ ਜਨਮ ਲਿਆ ਸੰਸਾਰ ਤੇ ਆਇਆ, ਤੇ ਤੈਨੂੰ ਉਦੋਂ ਮਾਂ ਦਾ ਦੁੱਧ ਮਿਲ ਗਿਆ। ਉਦੋਂ ਕੋਈ ਇੰਤਜ਼ਾਮ ਤੇ ਨਹੀਂ ਕੀਤੇ ਸੀ ਵੀ ਮੈਂ ਸੰਸਾਰ ਤੇ ਜਾਣਾ ਹੈ, ਵੀ ਇੰਨੇ ਲੀਟਰ ਮੈਨੂੰ ਰੋਜ਼ ਦਾ ਦੁੱਧ ਚਾਹੀਦਾ ਏ, ਮੇਰੇ ਮੂੰਹ 'ਚ ਦੰਦ ਨਹੀਂ, ਮੈਂ ਹੋਰ ਕੁਝ ਖਾ ਨਹੀਂ ਸਕਦਾ, ਦੁੱਧ ਦੀ ਮੈਨੂੰ ਲੋੜ ਹੈਗੀ ਹੈ। ਰੱਬ ਨੇ ਤੇਰੀ ਰੋਜੀ ਦਾ ਇੰਤਜ਼ਾਮ ਕਰ ਦਿੱਤਾ। ਤੇਰਾ ਸੰਸਾਰ ਵਿੱਚ ਆਉਣਾ ਹੋਇਆ, ਮਾਤਾ ਦੇ ਅਸਤਣਾ ਵਿੱਚ ਦੁੱਧ ਆ ਗਿਆ, ਤੈਨੂੰ ਉਸੇ ਵੇਲੇ ਦੁੱਧ ਪੀਣ ਨੂੰ ਮਿਲਿਆ। ਮਾਂ ਦੀ ਕੁੱਖ ਦੇ ਵਿੱਚ ਤੈਨੂੰ ਬਚਾਇਆ, ਉਸ ਜਠਰ ਅਗਨੀ ਵਿੱਚ ਜਦੋਂ ਸੰਸਾਰ 'ਚ ਆਇਆ ਤੇ ਤੈਨੂੰ ਉਸ ਰੱਬ ਨੇ ਦੁੱਧ ਦੇ ਦਿੱਤਾ ਪੀਣ ਨੂੰ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਧ। ਹਰ ਸੁਵਿਧਾ ਜੋਬਨ ਦੇ ਵਿੱਚ ਤੈਨੂੰ ਮਿਲੀ। ਜਦੋਂ ਤੇਰਾ ਜੋਬਨ ਆਇਆ ਫਿਰ ਤੈਨੂੰ ਕਈ ਤਰ੍ਹਾਂ ਦੀਆਂ ਕਈ ਪ੍ਰਕਾਰ ਦੀਆਂ ਖੁਰਾਕਾਂ ਮਿਲ ਗਈਆਂ, ਕਈ ਪ੍ਰਕਾਰ ਦੇ ਤੈਨੂੰ ਪਦਾਰਥ ਖਾਣ ਨੂੰ ਮਿਲੇ, ਤੈਨੂੰ ਹਰ ਸੁੱਖ ਸਹੂਲਤ ਰੱਬ ਨੇ ਦੇ ਦਿੱਤੀ, ਪਰ ਤੂੰ ਸਮਝਿਆ ਨਾ। ਜਗ ਜੀਵਨ ਪੁਰਖ ਤਿਆਗ ਕੈ, ਜਗ ਜੀਵਨ ਜਗਤ ਨੂੰ ਜੀਵਨ ਦੇਣ ਵਾਲਾ ਉਹ ਅਕਾਲ ਪੁਰਖ ਤਿਆਗ ਕੈ ਮਾਨਸ ਸੰਧੀ। ਤੂੰ ਤੇ ਮਨੁੱਖਾਂ ਦਾ ਆਸਰਾ ਲੈ ਲਿਆ, ਤੂੰ ਤੇ ਰੱਬ ਦਾ ਆਸਰਾ ਛੱਡ ਦਿੱਤਾ, ਤੂੰ ਤੇ ਨੇ ਆਸਰਿਆਂ ਨੂੰ ਆਸਰੇ ਦੇਣ ਵਾਲੇ ਨੂੰ ਛੱਡਿਆ ਤੇ ਮਾਨਸ ਸੰਧੀ ਆਸ। ਤੂੰ ਤੇ ਮਾਨਸਾਂ ਮਨੁੱਖਾਂ ਦਾ ਆਸਰਾ ਲੈ ਕੇ ਬਹਿ ਗਿਆ, ਤੂੰ ਤੇ ਸੰਧੀਆਂ ਮਨੁੱਖਾਂ ਨਾਲ ਕਰਨ ਲੱਗ ਪਿਆ। ਪੜਦਾ ਜ਼ਰੂਰ ਸੀ ਮਾਨੁਖ ਕੀ ਟੇਕ, ਬਿਰਥੀ ਸਭ ਜਾਨ। ਕਿ ਲੋਕਾਂ ਨੂੰ ਸੁਣਾਉਣ ਵਾਸਤੇ ਪੜਦਾ ਸੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ।
ਮਨੁੱਖਾਂ ਦਾ ਸਹਾਰਾ ਛੱਡ ਦੇਣ ਵਾਲਾ ਕੱਲਾ ਇੱਕ ਰੱਬ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦੇਈ ਜਾ ਰਿਹਾ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਣਾ ਕਰ ਰਿਹਾ। ਮੈਂ ਇਹਦੇ ਥੋੜੇ ਜੇ ਮੈਂ ਇੱਕ ਨਿੱਕੀ ਜਿਹੀ ਗੱਲ ਕਹਿ ਕੇ ਹੋਰ ਕਲੀਅਰ ਕਰ ਦੇਵਾਂ ਇਹ ਸ਼ਬਦਾਂ ਨੂੰ। ਕੋਈ ਦਰਵੇਸ਼ ਹੈ, ਕੋਈ ਰੱਬ ਦਾ ਫਕੀਰ ਹੈ, ਉਹਦੇ ਬਹੁਤ ਸਾਰੇ ਨਾਲ ਚੇਲੇ ਨੇ, ਤੇ ਉਹ ਅਕਬਰ ਬਾਦਸ਼ਾਹ ਦੇ ਦਰਬਾਰ 'ਚ ਚਲੇ ਗਿਆ। ਦਰਬਾਰ ਗਿਆ ਤੇ ਉੱਥੋਂ ਪਤਾ ਲੱਗਿਆ ਕਿ ਅਕਬਰ ਬਾਦਸ਼ਾਹ ਤੇ ਸ਼ਾਹੀ ਮਸਜਿਦ ਵਿੱਚ ਗਿਆ ਹੈ, ਨਮਾਜ਼ ਪੜ੍ਹਨ ਵਾਸਤੇ ਗਿਆ। ਪਿੱਛੇ ਹੀ ਚਲੇ ਗਿਆ, ਵੇਖਿਆ ਤੇ ਉੱਥੇ ਨਮਾਜ਼ ਅਕਬਰ ਬਾਦਸ਼ਾਹ ਪੜ੍ਹ ਰਿਹਾ ਹੈ। ਫਕੀਰ ਵੇਖਦਾ ਹੈ ਨਮਾਜ਼ ਪੜ੍ਹ ਰਿਹਾ ਹੈ, ਨਮਾਜ਼ ਪੜ੍ਹ ਕੇ ਹਟੇਗਾ ਫਿਰ ਹੀ ਗੱਲ ਹੋ ਸਕਦੀ ਹੈ। ਬਾਦਸ਼ਾਹ ਹੈ, ਕਰਿੰਦੇ ਚਾਰ ਚਫੇਰੇ ਖਲੋਤੇ ਨੇ। ਨਮਾਜ਼ ਪੜ੍ਹ ਕੇ ਹਟਿਆ ਤੇ ਸਾਡੇ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ, ਜਿਵੇਂ ਮੈਂ ਹੱਥ ਜੋੜੇ ਨੇ ਉਂਗਲਾਂ ਨਾਲ ਉਂਗਲਾਂ, ਅੰਗੂਠੇ ਨਾਲ ਅੰਗੂਠਾ ਜੋੜਨਾ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਹੋ ਕੇ ਸਰੀਰ ਦੀ ਮੂਵਮੈਂਟ ਜਿਹੜੀ ਹੈ ਥੋੜਾ ਜਿਹਾ ਲਚਕ ਕੇ, ਜਿਵੇਂ ਕਿਸੇ ਨੂੰ ਵਾਸਤਾ ਪਾ ਰਹੇ ਹੋਈਏ, ਇਸ ਤਰ੍ਹਾਂ ਮੱਥਾ ਟੇਕੀਦਾ। ਤੇ ਇਸਲਾਮ ਦੇ ਵਿੱਚ ਨਮਾਜ਼ ਪੜ੍ਹ ਕੇ ਉਹ ਬੁੱਕ ਕਰਦੇ ਨੇ, ਕਹਿੰਦੇ ਨੇ ਹੇ ਖੁਦਾ, ਹੇ ਰੱਬ, ਹੇ ਗੋਡ, ਹੇ ਵਾਹਿਗੁਰੂ। ਉਹ ਕਰਦੇ ਨੇ, ਕਹਿੰਦੇ ਨੇ ਹੋਰ ਦੇ, ਅਜੇ ਝੋਲੀ ਵਿੱਚ ਹੋਰ ਪਾ, ਅਜੇ ਗੱਲ ਬਣੀ ਨਹੀਂ ਹੈ। ਅਕਬਰ ਬਾਦਸ਼ਾਹ ਵੀ ਨਮਾਜ਼ ਪੜ੍ਹ ਕੇ ਕਹਿਣ ਲੱਗਾ, ਹੇ ਖੁਦਾ, ਮੇਰਾ ਰਾਜ ਭਾਗ ਵੱਡਾ ਹੋਵੇ, ਮੇਰੇ ਖਜ਼ਾਨੇ ਹੋਰ ਭਰ ਜਾਣ, ਮੈਨੂੰ ਹੋਰ ਸੁੱਖ ਸਹੂਲਤਾਂ ਦੇ। ਤੇ ਅੱਖਾਂ ਮਿੱਟੀ ਖਲੋਤਾ ਸੀ, ਹੱਥ ਬੁੱਕ ਕਰਕੇ ਉਤਾਂ ਨੂੰ ਮੂੰਹ ਕਰਕੇ ਮੰਗ ਰਿਹਾ ਹੈ। ਤੇ ਜਿਹੜਾ ਫਕੀਰ ਮੰਗਣ ਲਈ ਆਇਆ ਸੀ ਨਾ, ਉਹ ਤੁਰਨ ਲੱਗਾ, ਤੁਰਿਆ ਤੇ ਨਾਲ ਦੇ ਜਿਹੜੇ ਚੇਲੇ ਸਨ ਕਹਿਣ ਲੱਗੇ, ਫਕੀਰ ਸਾਈਂ, ਤੁਸੀਂ ਮੰਗਣ ਆਏ ਵੀ ਹੋ ਤੇ ਮੰਗਿਆ ਵੀ ਨਹੀਂ, ਤੇ ਹੁਣ ਵਾਪਸ ਮੁੜਨ ਲੱਗੇ ਹੋ। ਕਹਿਣ ਲੱਗਾ, ਮੰਗਾ ਕੀ, ਮੰਗਤੇ ਕੋਲੋਂ ਮੰਗਿਆ ਤੇ ਕੀ ਮੰਗਿਆ? ਇਹ ਵੀ ਭਿਖਾਰੀ ਤੇ ਮੈਂ ਵੀ ਭਿਖਾਰੀ, ਮੈਂ ਵੀ ਭਿਖਾਰੀ, ਇਹ ਵੀ ਭਿਖਾਰੀ, ਤੇ ਭਿਖਾਰੀ ਨੇ ਭਿਖਾਰੀ ਨੂੰ ਦੇਣਾ ਕੀ ਹੈ? ਭਿਖਾਰੀ ਭਿਖਾਰੀ ਨੂੰ ਦੇ ਕੇ ਰਾਜਾ ਨਹੀਂ ਬਣਾ ਸਕਦਾ। ਭਿਖਾਰੀ ਕੋਲੋਂ ਭਿਖਾਰੀ ਨੇ ਮੰਗਿਆ ਤੇ ਕੀ ਮੰਗਿਆ? ਭਿਖਾਰੀ ਨੇ ਭਿਖਾਰੀ ਨੂੰ ਦਿੱਤਾ ਤੇ ਕੀ ਦਿੱਤਾ? ਜਿਹਦੇ ਕੋਲ ਇਹ ਮੰਗ ਰਿਹਾ ਹੈ, ਆਪਣੇ ਚੇਲਿਆਂ ਨੂੰ ਕਹਿੰਦਾ ਚਲੋ ਮੈਂ ਵੀ ਉਹਦੇ ਕੋਲੋਂ ਹੀ ਮੰਗਾਂਗਾ। ਜਿਹਦੇ ਕੋਲੋਂ ਇਹ ਮੰਗਦਾ ਹੈ ਮੈਂ ਵੀ ਉਹਦੇ ਕੋਲੋਂ ਮੰਗਾਂਗਾ। ਕਹਿਣ ਤੋਂ ਭਾਵ ਮੇਰਾ, ਮੇਰੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਬੰਦਿਆ ਤੂੰ ਭਿਖਾਰੀਆਂ ਕੋਲੋਂ ਭਿਖਾਰੀ ਬਣ ਕੇ ਮੰਗ ਰਿਹਾ ਹੈ, ਰੱਬ ਕੋਲ ਮੰਗ ਜੇ ਮੰਗਣਾ ਹੀ ਹੈ ਤੇ ਤੇਰੇ ਆਰ ਬੁਖਾਰ ਭਰ ਦੇਗਾ, ਤੇਰਾ ਲੋਕ ਤੇ ਪਰਲੋਕ ਸਵਾਰ ਦੇਗਾ। ਪਰ ਅਸੀਂ, ਸਾਨੂੰ ਮੰਗਣਾ ਵੀ ਨਹੀਂ ਆਉਂਦਾ, ਅਸੀਂ ਮੰਗ ਵੀ ਲੈਂਦੇ ਆ ਤੇ ਮੰਗ ਵੀ ਤੁੱਛ ਜੀ ਮੰਗ ਰੱਖਨੇ ਆ। ਕੋਈ ਦੁੱਧ ਮੰਗ ਲੈਂਦਾ, ਕੋਈ ਪੁੱਤ ਮੰਗ ਲੈਂਦਾ, ਕੋਈ ਘਰ ਮੰਗ ਲੈਂਦਾ, ਕੋਈ ਕਾਰ ਮੰਗ ਲੈਂਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਜੇ ਮੰਗਣਾ ਹੀ ਹੈ ਨਾ ਤੇ ਮੰਗਣ ਦੀ ਵੀ ਮੈਂ ਤੈਨੂੰ ਜਾਚ ਦੱਸ ਦੇਣਾ। ਕਈਆਂ ਨੂੰ ਤੇ ਮੰਗਣਾ ਵੀ ਨਹੀਂ ਆਉਂਦਾ, ਤੁਹਾਨੂੰ ਤੇ ਮੰਗਣਾ ਵੀ ਨਹੀਂ ਆਉਂਦਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਜੇ ਰੱਬ ਕੋਲੋਂ ਮੰਗਣੀ ਆਏ ਹੋ ਨਾ, ਆਹ ਕਿਹੜੀਆਂ ਚੀਜ਼ਾਂ ਮੰਗੀਆਂ ਨੇ ਤੇ ਤੁੱਛ ਜੀਆਂ ਨੇ। ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਜਾ ਗੁਰੂ ਦਾ ਜਸ ਇੱਕ ਵਾਰੀ ਮੰਗ ਲੈ, ਗੁਰੂ ਨੂੰ ਮੰਗ ਲੈ। ਗੁਰੂ ਜੇ ਤੇਰੇ ਕੋਲ ਆ ਗਿਆ, ਜੇ ਹਿਰਦੇ ਰੂਪੀ ਘਰ ਦੇ ਵਿੱਚ ਤੇਰੇ ਗੁਰੂ ਨੇ ਵਾਸਾ ਕਰ ਲਿਆ, ਤੇ ਜਿੱਥੇ ਗੁਰੂ ਹੋਵੇਗਾ ਉੱਥੇ ਸਾਰੇ ਪਦਾਰਥ ਹੋਣਗੇ, ਤੇਰੇ ਆਰ ਬੁਖਾਰ ਭਰ ਦੇਣਗੇ। ਪਰ ਅਸੀਂ ਗੁਰੂ ਨੂੰ ਨਹੀਂ ਮੰਗਦੇ, ਗੁਰੂ ਦਾ ਜਸ ਨਹੀਂ ਮੰਗਦੇ, ਗੁਰੂ ਦੇ ਕੋਲੋਂ ਪਦਾਰਥ ਮੰਗਦੇ ਆ, ਤੇ ਜਿਨ੍ਹਾਂ ਦੇ ਨਾਲ ਸਾਡੀ ਫਿਰ ਵੀ ਤ੍ਰਿਪਤੀ ਨਹੀਂ ਹੁੰਦੀ। ਮੇਰੇ ਪਾਤਸ਼ਾਹ ਕਹਿੰਦੇ ਨੇ, ਜਗ ਜੀਵਨ ਪੁਰਖ, ਪੁਰਖ ਤੋਂ ਭਾਵ ਹੈ ਪ੍ਰਮਾਤਮਾ ਵਾਹਿਗੁਰੂ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਬੰਦਿਆਂ ਤੋਂ ਉਸ ਨੂੰ ਛੱਡ ਕੇ ਹੋਰਾਂ ਪਾਸੋਂ ਮੰਗ ਰਿਹਾ। ਤ੍ਰਿਗ ਤਿਨਾ ਕਾ ਜੀਵਿਆ, ਬਾਬਾ ਫਰੀਦ ਜੀ ਕਹਿੰਦੇ ਨੇ, ਤਰਕਾਰ ਹੈ ਉਹਨਾਂ ਦਾ ਜੀਵਣਾ। ਤ੍ਰਿਗ ਤਿਨਾ ਕਾ ਜੀਵਿਆ, ਜਿਨ੍ਹਾਂ ਵੇੜਾਣੀ ਆਸ, ਜਿਨ੍ਹਾਂ ਨੇ ਰੱਬ ਤੋਂ ਇਲਾਵਾ, ਗੁਰੂ ਤੋਂ ਇਲਾਵਾ ਹੋਰਾਂ ਦੇ ਕੋਲੋਂ ਆਸ ਰੱਖੀ ਹੈ। ਤਰਕਾਰ ਹੈ ਉਹਨਾਂ ਦਾ ਜੀਵਣਾ ਵੀ ਕੀ ਹੈ? ਉਹ ਤੇ ਤੜਫਦੇ ਰਹਿੰਦੇ ਨੇ, ਉਹ ਤੇ ਕੁਲਕਦੇ ਰਹਿੰਦੇ ਨੇ, ਜਿਹੜੇ ਹੋਰਾਂ ਪਾਸੋਂ ਮੰਗਦੇ ਨੇ। ਪਾਤਸ਼ਾਹ ਕਹਿੰਦੇ ਨੇ, ਦੋਏ ਭਾਏ ਬੇਗੁੱਚੀਆਂ, ਦੋਏ ਭਾਏ ਬੇਗੁੱਚੀਆਂ, ਦੋ ਪਾਸੇ ਚੱਲਣਾ। ਸਵੇਰੇ ਗੁਰਦੁਆਰਾ ਸਾਹਿਬ ਮਹਾਰਾਜ ਦੇ ਕੋਲ ਗੁਰਦੁਆਰੇ ਆਉਣਾ ਤੇ ਗੁਟਕਾ ਸਾਹਿਬ ਲੈ ਕੇ ਪੜ੍ਹਨਾ, ਜਪਜੀ ਸਾਹਿਬ ਦਾ, ਜਾਪ ਸਾਹਿਬ ਦਾ ਪਾਠ ਕਰਨਾ, ਰਾਤ ਨੂੰ ਗੰਦੇ ਨਾਵਲ ਪੜ੍ਹਨੇ। ਸਵੇਰੇ ਗੁਰਦੁਆਰੇ ਭੱਜੇ ਆਉਣਾ ਤੇ ਸ਼ਾਮ ਨੂੰ ਮੈਂ ਖਾਨੇ ਪੱਬ ਕਲੱਬ ਜਾਣਾ,
ਗੰਦੇ ਬੋਲ ਸੁਣਨੇ, ਨਸ਼ੇ ਅੰਦਰ ਸੁੱਟਣੇ, ਦੋਏ ਭਾਏ। ਹੁਣ ਇਹ ਗੱਲ ਵੇਖੋ, ਧਿਆਨ ਦਿਆ ਜੇ, ਦੋ ਰਾਹ ਨੇ। ਇੱਕ ਪਾਸੇ ਮਨੁੱਖ ਗੁਰੂ ਘਰ ਵੀ ਆਉਂਦਾ ਹੈ, ਇੱਕ ਪਾਸੇ ਜਾ ਕੇ ਮੜੀਆਂ ਤੇ ਵੀ ਮੱਥਾ ਟੇਕਦਾ ਹੈ। ਇੱਕ ਪਾਸੇ ਆ ਕੇ ਸਵੇਰੇ ਬਾਣੀ ਪੜ੍ਹਦਾ ਹੈ, ਗੁਰਦੁਆਰੇ ਆਉਂਦਾ ਹੈ, ਤੇ ਸ਼ਾਮ ਨੂੰ ਪੱਬ ਕਲੱਬ ਵੱਲ ਜਾਂਦਾ ਹੈ। ਨਸ਼ਿਆਂ ਦੀ ਵਰਤੋਂ, ਗੰਦੇ ਬੋਲ ਇਹਨਾਂ ਕੰਨਾਂ ਨਾਲ ਸੁਣਦਾ ਹੈ। ਸਵੇਰੇ ਕੀਰਤਨ ਸੁਣਦਾ ਹੈ, ਕਥਾ ਸੁਣ ਕੇ ਗਿਆ, ਤੇ ਸ਼ਾਮ ਨੂੰ ਗੰਦੇ ਗਾਣੇ। ਇੱਥੋਂ ਗੁਰਦੁਆਰਿਓਂ ਨਿਕਲਿਆ, ਗੱਡੀ ਦੇ ਵਿੱਚ ਲਾਈ ਕੈਸਟ, ਲਾਏ ਗੰਦੇ ਗਾਣੇ ਉਸੇ ਵੇਲੇ, ਤੇ ਉਹ ਸੁਣਨੇ ਸ਼ੁਰੂ ਹੋ ਗਏ। ਦੋ ਰਾਹ। ਇੱਕ ਪਤੀ ਵਰਤਾ ਇਸਤਰੀ ਹੈ, ਉਹ ਕਹਿੰਦੀ ਹੈ ਪਤੀ ਜੀ ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਹੈ, ਮੈਨੂੰ ਤੁਹਾਡਾ ਪਿਆਰ ਚਾਹੀਦਾ ਹੈ। ਕਹਿੰਦਾ ਮਿਲ ਜੂਗਾ। ਕਹਿੰਦੀ ਹੈ ਨਾਲ ਨਾਲ ਮੈਂ ਹੋਰ ਪਾਸੇ ਵੀ ਜਾਣਾ ਹੈ, ਫਲਾਣੀ ਥਾਂ ਤੇ ਮੇਰਾ ਫਰੈਂਡ ਵੀ ਰਹਿੰਦਾ ਹੈ, ਉਹਦੇ ਕੋਲ ਵੀ ਮੈਂ ਜਾਣਾ ਹੈ। ਕਹਿੰਦਾ ਆਹ ਗੱਲ ਨਹੀਂ ਹੋ ਸਕਦੀ। ਸਿੱਧਾ ਜਿਹਾ ਉਦਾਹਰਣ ਦੇ ਰਹੀਆਂ, ਸਿੱਧਾ ਜਿਹਾ ਪਕੜ 'ਚ ਆ ਜਾਵੇ, ਆਹ ਗੱਲ ਨਹੀਂ ਹੋ ਸਕਦੀ। ਇੱਕ ਦਾ ਹੋਣਾ ਪੈਣਾ ਏ। ਇੱਥੇ ਮੇਰਾ ਬਾਪੂ ਵੀ ਕਹਿੰਦਾ ਏ ਤੈਨੂੰ ਜੇ ਤੂੰ ਇੱਥੇ ਆਉਣਾ ਹੈ ਨਾ, ਤੇ ਫਿਰ ਇੱਕ ਦਾ ਹੋਣਾ ਪੈਣਾ ਹੈ ਕਿ ਗੁਰੂ ਨਾਨਕ ਨੇ ਕਿਹਾ ਇੱਕ ਓੰਕਾਰ, ਉਹ ਇੱਕ ਹੈ, ਉਹਦਾ ਕੋਈ ਆਕਾਰ ਨਹੀਂ, ਉਹ ਨਿਰਾਕਾਰ ਹੈ। ਦੁਬਦਾ ਨਾ ਪੜੋ, ਦੁਬਦਾ ਵਿੱਚ ਨਾ ਪਾਓ, ਦੁਚਿੱਤੇ ਵਿੱਚ ਨਾ ਜਾਓ। ਨਾਲੇ ਗੁਰਦੁਆਰੇ ਵੀ ਆ ਕੇ ਮੱਥਾ ਟੇਕੋ, ਨਾਲੇ ਸਿਆਣਿਆਂ ਨੂੰ ਵੀ ਹੱਥ ਵਿਖਾਓ, ਨਾਲੇ ਜਾ ਕੇ ਕਬਰਾਂ ਦੀ ਵੀ ਨੱਕਾ ਰਗੜੋ ਜਾ ਕੇ। ਨਾ ਜੀ ਨਾ, ਇਹ ਗੱਲ ਨਹੀਂ ਬਣਨੀ। ਦੋਏ ਭਾਏ, ਜਿਹੜਾ ਦੋ ਰਾਹਾਂ ਤੇ ਚੱਲਦਾ ਹੈ, ਕਦੀ ਉਧਰ ਨੂੰ ਤੁਰ ਪਏ, ਕਦੀ ਉਧਰ ਨੂੰ ਤੁਰ ਪਏ, ਮੰਜ਼ਿਲ ਮਿਲੇਗੀ ਸਮਝ ਲੈਣਾ ਉੱਥੇ ਦੀ ਉੱਥੇ ਹੀ ਖਲੋਤਾ ਹੈ। ਅੱਧਾ ਘੰਟਾ ਇਸ ਪਾਸੇ ਨੂੰ ਤਰੇ, ਅੱਧਾ ਘੰਟਾ ਉਧਰ ਨੂੰ ਤੁਰੇ, ਫਿਰ ਉੱਥੋਂ ਵਾਪਸ ਫਿਰ ਮੁੜੇ ਤੇ ਫਿਰ ਉਧਰ ਆ ਜਾਵੇ, ਉਧਰੋਂ ਫਿਰ ਤੁਰੇ ਤੇ ਉਧਰ ਆ ਜਾਵੇ। ਉਦਾਹਰਣ ਇਸ ਕਰਕੇ ਦੇ ਰਿਹਾ। ਤੇ ਸਵੇਰ ਦਾ ਚੱਲਿਆ, ਸ਼ਾਮ ਨੂੰ ਕਵੇ ਕਿ ਵੀ ਖਰੇ ਵੇਖੋ ਹੁਣ ਮੈਂ ਕਿੰਨਾ ਸਫ਼ਰ ਕਰ ਲਿਆ, ਤੇ ਵੇਖ ਸਫ਼ਰ ਦੱਸੇਗਾ, ਜਗ੍ਹਾ ਦੱਸੇਗੀ। ਕਹਿੰਦੇ ਨੇ ਤੂੰ ਤੇ ਉੱਥੇ ਦਾ ਉੱਥੇ ਹੀ ਖਲੋਤਾ ਹੈ। ਇਸੇ ਤਰ੍ਹਾਂ ਭਾਈ ਜਿਹੜੇ ਅਸੀਂ ਦੋ ਚਿੱਤੇਪਨ ਵਿੱਚ ਪਏ ਆ ਨਾ, ਮੇਰੇ ਪਾਤਸ਼ਾਹ ਨੇ ਕਿਹਾ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ। ਜੇ ਦੁਬਦਾ ਵਿੱਚ ਦੋ ਚਿੱਤੇਪਨ ਵਿੱਚ ਪਏ ਰਹੇ ਤੇ ਮੰਜ਼ਿਲ ਅਜੇ ਸ਼ੁਰੂ ਨਹੀਂ ਹੋਈ। ਤੇ ਜੇ ਸ਼ੁਰੂ ਨਹੀਂ ਹੋਈ ਤੇ ਮੇਰੇ ਪਾਤਸ਼ਾਹ ਕਹਿੰਦੇ ਦੋਏ ਭਾਏ ਵੇਗ ਉੱਚੀ ਹੈ, ਗੱਲ ਪਈ, ਗਲ ਪਈ, ਗਲ ਦੇ ਵਿੱਚ ਪਈ ਸੋ ਜੰਮ ਕੀ ਫਾਸ। ਫਾਸ ਕਿਹਨੂੰ ਕਵਾਂਗੇ? ਫਾਈ, ਫੰਦਾ, ਜਿਹਨੂੰ ਕਹਿੰਦੇ ਫਲਾਣੇ ਨੂੰ ਫਾਂਸੀ ਲਾ ਦਿੱਤਾ, ਪੁੱਠਾ ਲਟਕਾ ਦਿੱਤਾ, ਫਾਹੇ ਲਾ ਦਿੱਤਾ। ਇੱਥੇ ਜੰਮ ਕੀ ਆਇਆ ਨਾ, ਜੰਮ। ਜੰਮ ਅਰਥ ਕਰਾਂਗੇ, ਕੋਈ ਜੰਮ ਕੋਈ ਸਾਨੂੰ ਤੇ ਅੱਜ ਤੱਕ ਦਿਸਿਆ ਨਹੀਂ, ਕੋਈ ਫਰਿਸ਼ਤਾ ਕੋਈ ਜੰਮ ਦੇ ਅਰਥ ਕਿਵੇਂ ਕਰਦਾ, ਕੋਈ ਕਿਵੇਂ ਕਰਦਾ, ਪਰ ਮੈਂ ਆਪਣੀ ਸੂਝ ਨਾਲ ਇਹਦੇ ਜੰਮ ਦੇ ਅਰਥ ਕਰਦਾ ਵਾਂ। ਜੱਜਾ ਮੰਮਾ ਜੰਮ ਤੇ ਵਿੱਚ ਲਾ ਦਿਓ ਨੰਨਾ। ਇਹ ਜੰਮ ਜਿਹੜਾ ਹੈ ਇਹ ਜਨਮ ਦਾ ਸੰਖੇਪ ਸ਼ਬਦ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਜਨਮ, ਜੰਮਾਂ ਦੀ ਫਾਹੀ ਤੇਰੇ ਜਨਮ ਨੇ, ਤੈਨੂੰ ਵਾਰ-ਵਾਰ ਜੰਮਣਾ ਪੈਣਾ ਏ। ਵਾਰ-ਵਾਰ ਮਾਂ ਦੀ ਕੁੱਖ ਵਿੱਚ ਪੁੱਠੇ ਲਟਕੇਗਾ, ਗਲ ਪਈ ਸੋ ਜੰਮ ਕੀ। ਤੇ ਫਿਰ ਜਿਹੜੀ ਆਵਲ ਹੁੰਦੀ ਹੈ ਨਾ, ਆਵਲ, ਚਾਰ ਸ਼ਫੇਰੇ ਗਲੇ ਦੇ, ਚਾਰ ਸ਼ਫੇਰੇ ਮੂੰਹ ਦੇ, ਸਰੀਰ ਤੇ ਲਪੇਟੀ ਹੁੰਦੀ ਹੈ। ਮਨੁੱਖ ਤੋਂ ਪੁੱਠਾ ਲਟਕਿਆ ਹੋਵੇਗਾ, ਫਿਰ ਇਹ ਜਮਾਂ ਦੀ ਫਾਹੀ ਤੇਰੇ ਗਲ ਵਿੱਚ ਪੈਣੀ ਹੈ, ਤੈਨੂੰ ਜੰਮਣਾ ਪਏਗਾ। ਜੇ ਜੰਮੇਗਾ ਤੇ ਮਰੇਗਾ ਵੀ ਜ਼ਰੂਰ, ਜੇ ਆਏਗਾ ਤੇ ਜਾਏਗਾ ਵੀ ਜ਼ਰੂਰ, ਜੇ ਮਿਲਿਆ ਹੈ ਤੇ ਵਿਛੜੇਗਾ ਵੀ ਜ਼ਰੂਰ, ਜੇ ਬਣਿਆ ਹੈ ਤੇ ਟੁੱਟੇਗਾ ਵੀ ਜ਼ਰੂਰ। ਫਿਰ ਆਵਾ ਗਾਉਣ ਜੰਮਣ ਮਰਨ ਦਾ ਜਿਹੜਾ ਹੈ ਗੇੜ ਵੱਜ ਜਾਏਗਾ। ਇਹ ਜਮਾਂ ਦੀ ਫਾਹੀ ਇਹਨੂੰ ਹੀ ਕਹਿੰਦੇ ਨੇ। ਵਾਰ-ਵਾਰ ਜੰਮਣਾ, ਵਾਰ-ਵਾਰ ਮਰਨਾ, ਵਾਰ-ਵਾਰ ਮਿਲਣਾ ਤੇ ਵਾਰ-ਵਾਰ ਵਿਛੜਨਾ। ਫਿਰ ਇਹ ਵਿਛੋੜਾ ਜਿਹੜਾ ਹੈ ਇਹ ਵੀ ਆਗੀ ਹੈ। ਇਹ ਵਾਰ-ਵਾਰ ਜੰਮਣ ਤੇ ਮਰਨ ਦਾ ਵਿਛੋੜਾ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਦੋਏ ਭਾਏ ਵੇਗੁੱਚੀ ਹੈ। ਵੇਗੁੱਚੀ ਦਾ ਅਰਥ ਕਰਾਂਗੇ ਖਵਾਰ। ਜਿਹੜਾ ਇੱਕ ਨਿਰੰਕਾਰ ਨੂੰ ਛੱਡ ਕੇ ਦੂਸਰੇ ਪਾਸੇ ਤੁਰਦਾ ਹੈ ਉਹ ਖੱਜਲ ਖਵਾਰ ਹੁੰਦਾ ਏ। ਮੈਂ ਇਹ ਗੱਲ ਕਈ ਵਾਰੀ ਕਹੀ ਹੈ, ਸਵੇਰ ਤੋਂ ਮਨੁੱਖ ਘਰੋਂ ਨਿਕਲਿਆ ਹੋਵੇ, ਸ਼ਾਮ ਨੂੰ ਘਰ ਆਵੇ, ਜਿਹਨੂੰ ਮਿਲਣਾ ਸੀ ਉਹ ਮਿਲੇ ਨਾ, ਜਿਹੜਾ ਕੰਮ ਹੋਣਾ ਸੀ ਉਹ ਹੋਵੇ ਨਾ। ਪਰਿਵਾਰ ਵਿੱਚ ਆ ਕੇ ਬਹਿ ਕੇ ਫਿਰ ਸਿਰ ਜਾ ਥੱਲੇ ਨੂੰ ਸੁੱਟ ਕੇ ਪਤਾ ਕੀ ਆਖਦਾ, ਅੱਜ ਦਾ ਦਿਨ ਤੇ ਵੀ ਮੇਰਾ ਖੱਜਲ ਖਵਾਰੀ ਵਿੱਚ ਹੀ ਲੰਘ ਗਿਆ।
ਖੱਜਲ ਖਵਾਰ ਹੋਇਆ। ਅੱਜ ਦਾ ਦਿਨ ਤੇ ਮੇਰਾ ਖੱਜਲ ਖਵਾਰੀ ਵਿੱਚ ਲੰਘ ਗਿਆ। ਉਹ ਬੰਦਿਆ ਤੇਰੀ 45 ਸਾਲ ਦੀ ਉਮਰ ਲੰਘ ਗਈ, ਵਿਸ਼ਿਆਂ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਦੀ ਅੱਗ ਵਿੱਚ ਸੜਦਿਆਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਕਦੀ ਆ ਕੇ ਪਛਤਾਪ ਕਰ ਦਾਤਿਆ, ਮੇਰੀ ਇੰਨੀ ਉਮਰ ਜਿਹੜੀ ਹੈ ਨਾ ਖੱਜਲ ਖਵਾਰੀ ਵਿੱਚ ਲੰਘ ਗਈ, ਹੁਣ ਤੇ ਮੇਰੇ ਤੇ ਤਰਸ ਕਰ ਦੇ। ਤੇ ਜਦੋਂ 2-4 ਦਿਨ ਖੱਜਲ ਖਵਾਰ ਹੋ ਕੇ ਆਈਏ ਤੇ ਜਿਹਨੂੰ ਮਿਲਣਾ ਹੋਵੇ ਉਹਦੇ ਜਾ ਕੇ ਅੱਗੇ ਵਾਸਤਾ ਪਾਈਦਾ, ਹੱਥ ਜੋੜੀਦੇ ਨੇ, ਭਰਾਵਾ ਇੰਨੇ ਦਿਨ ਹੋ ਗਏ ਨੇ ਚੱਕਰ ਲਾਉਂਦਿਆਂ ਖੱਜਲ ਖਵਾਰ ਹੁੰਦਿਆਂ ਨੂੰ, ਅੱਜ ਤੂੰ ਮਿਲਿਆ ਏ। ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹੀਏ, ਦਾਤਿਆ ਬੜੀਆਂ ਟੱਕਰਾਂ ਮਾਰੀਆਂ ਨੇ, ਬੜੇ ਦਰਾਂ ਤੇ ਭਟਕ ਕੇ ਆਏ ਆ, ਹੁਣ ਤੇਰੇ ਦਰ ਤੇ ਆਇਆ, ਇੰਨੀ ਉਮਰ ਖੱਜਲ ਖਵਾਰੀ ਵਿੱਚ ਲੰਘ ਗਈ ਹੋ। ਮੇਰੇ ਪਾਤਸ਼ਾਹ ਪੜ੍ਹਦੇ ਆ ਆਪਾਂ ਬਾਣੀ ਵਿੱਚ, ਹਰ ਬਿਸਰਤ ਸਦਾ ਖਵਾਰੀ, ਰੱਬ ਨੂੰ ਵਿਸਾਰ ਦਿੱਤਾ ਤੇ ਖਵਾਰ ਹੈ। ਹਰ ਬਿਸਰਤ ਸਦਾ ਖਵਾਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਪਹਿਲੀਆਂ ਤੁਕਾਂ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ, ਬਲਣਾ ਕਹਿੰਦੇ ਨੇ ਗੁਜ਼ਾਰਨਾ। ਸਿਮਰਨ ਤੋਂ ਬਿਨਾਂ ਜਿਹੜਾ ਸਾਡਾ ਉਮਰ ਸਾਡੀ ਗੁਜ਼ਰਦੀ ਜਾ ਰਹੀ ਹੈ ਨਾ, ਬਿਨ ਸਿਮਰਨ ਜੋ ਜੀਵਨ ਬਲਣਾ, ਗੁਜ਼ਰਦੀ ਜਾ ਰਹੀ ਹੈ। ਸਰਪ ਜੈਸੇ, ਸਰਪ ਕਹਿੰਦੇ ਨੇ ਸੱਪ ਨੂੰ, ਤੇ ਸੱਪ ਦੀ ਵੀ ਬੜੀ ਲੰਮੀ ਉਮਰ ਹੁੰਦੀ ਹੈ। ਸਰਪ ਜੈਸੇ ਅਰਜਾਰੀ, ਅਰਜਾਰੀ ਫਿਰ ਉਮਰ ਆ ਗਿਆ। ਸਰਪ ਜੈਸੇ ਅਰਜਾਰੀ, ਜਿਵੇਂ ਸੱਪ ਦੀ ਉਮਰ ਬੜੀ ਲੰਮੀ ਹੈ, ਜ਼ਹਿਰ ਖਾਂਦਿਆਂ ਸੜਦਿਆਂ ਬਲਦਿਆਂ ਵਿਸ ਘੋਲਦਿਆਂ ਉਹ ਆਪਣੀ ਉਮਰ ਪੂਰੀ ਕਰਦਾ ਹੈ। ਬੰਦੇ ਵੀ ਐਵੇਂ ਹੀ ਪੂਰੀ ਕਰ ਰਹੇ ਨੇ। ਸਾਡੀ ਵੀ ਉਮਰ ਇਸ ਤਰ੍ਹਾਂ ਹੀ ਤੁਰੀ ਜਾ ਰਹੀ ਹੈ। ਕਦੀ ਕ੍ਰੋਧ ਆ ਜਾਂਦਾ, ਕਦੀ ਲੋਭ ਵਿੱਚ ਤੜਫਣ ਲੱਗ ਪੈਂਦੇ ਆ, ਕਦੀ ਮੋਹ ਸਤਾਉਣ ਲੱਗ ਪੈਂਦਾ, ਕਦੀ ਨਰਦਈ ਜੇ ਬਣ ਜਾਂਦੇ ਆ, ਹਿੰਸਾ ਕਰ ਦਿੰਦੇ ਆ, ਆਪਣੇ ਪਰਿਵਾਰ ਦੇ ਲਈ ਕਿਸੇ ਦਾ ਪ੍ਰਹਾਰ ਸੰਘਾਰ ਕਰ ਦਿੰਦੇ ਆ, ਮਾਰ ਦਿੰਦੇ ਆ। ਚਿੰਤਾ ਦੀ ਨਦੀ ਵਿੱਚ ਡੁੱਬਦੇ ਹੀ ਜਾ ਰਹੇ ਆ, ਗੋਤੇ ਖਾ ਹੀ ਰਹੇ ਆ। ਇਸੇ ਤਰ੍ਹਾਂ ਜਿਵੇਂ ਸੱਪ ਜਿਹੜਾ ਹੈ ਜ਼ਹਿਰ ਖਾਂਦਿਆਂ ਸੜਦਿਆਂ ਬਲਦਿਆਂ ਵਿਸ ਘੋਲਦਿਆਂ ਉਮਰ ਬਤੀਤ ਕਰ ਲੈਂਦਾ ਹੈ, ਬੰਦੇ ਵੀ ਮਨੁੱਖਤਾ ਵੀ ਇਸ ਤਰ੍ਹਾਂ ਹੀ ਦਿਨ ਲੰਘ ਜਾਂਦੇ। ਐਵੇਂ ਹੀ ਉਮਰ ਗੁਜ਼ਰ ਜਾਂਦੀ ਹੈ। ਤੇ ਜਦੋਂ ਉਮਰ ਗੁਜ਼ਰ ਜਾਂਦੀ ਹੈ ਫਿਰ ਪਤਾ ਲੱਗਦਾ, ਲੈ ਬਈ ਹੁਣ ਤੇ ਅੰਤ ਸਮਾਂ ਨੇੜੇ ਆ ਗਿਆ, ਉਮਰ ਤੇ ਸਾਰੀ ਲੰਘ ਗਈ ਹੈ। ਫਿਰ ਪਛਤਾਣੀ, ਪਛਤਾਵਾ ਹੁੰਦਾ ਹੈ। ਰੈਣ ਵਿਹਾਣੀ, ਰੈਣ ਮੀਨਸ ਰਾਤ। ਜਗਿਆਸੂ ਜੀਵ ਇਸਤਰੀਏ ਤੇਰੇ ਸਵਾਸਾਂ ਦੀ ਰਾਤ ਬੀਤ ਗਈ, ਹੁਣ ਦਿਨ ਚੜ ਗਿਆ, ਹੁਣ ਤੇ ਜਾਣਾ ਹੀ ਪੈਣਾ। ਪ੍ਰਾਹੁਣਾ ਆਇਆ ਸੀ ਨਾ, ਰਾਤ ਰਿਹਾ, ਸਵੇਰੇ ਅਗਲਿਆਂ ਨੇ ਕਿਹਾ ਵੀ ਹਾਂ ਵੀ 10 ਪਰੌਂਠੇ ਪਕਾ ਦਈਏ, ਹੁਣ ਤੂੰ ਕਿਹੜੀ ਗੱਡੀ ਫੜਨੀ ਹੋ, ਕਿੱਧਰ ਜਾਣਾ ਹੀ। ਆਪਣੇ ਆਪ ਹੀ ਆਖਦੇ ਨੇ ਵੀ ਤੂੰ ਲੇਟ ਨਾ ਹੋ ਜਾਵੀਂ, ਉਹਨਾਂ ਨੂੰ ਪਤਾ ਵੀ ਤੂੰ ਅੱਜ ਨਹੀਂ ਰਹਿਣਾ, ਤੂੰ ਬ੍ਰੇਕਫਾਸਟ ਕਰ ਤੇ ਚੱਲ। ਇੱਥੇ ਵੀ ਜਦੋਂ ਤੇਰੀ ਸਵਾਸਾਂ ਦੀ ਰਾਤ ਬੀਤ ਗਈ ਬੰਦਿਆ, ਦਿਨ ਚੜ ਗਿਆ ਤੇ ਤੈਨੂੰ ਜਾਣਾ ਪੈਣਾ। ਰਹਿਣ ਵਿਹਾਣੀ, ਅੱਗੇ ਤੋਂ ਟਿਕਾਣਾ ਨਹੀਂ ਬਣਾਇਆ, ਅੱਗੇ ਕੋਈ ਜਾਣ ਦਾ ਸਿਲਸਿਲਾ ਨਹੀਂ ਲੱਭਦਾ ਵੀ ਕਿਹੜੇ ਪਾਸੇ ਜਾਵਾਂ। ਇਹਨਾਂ ਨੇ ਤੇ ਕਹਿ ਦਿੱਤਾ ਜਾ, ਇਹ ਤੇ ਕਹਿੰਦੇ ਨੇ ਚਾਹ ਪਾਣੀ ਪੀ ਤੇ ਚੱਲ, ਤੇ ਮੈਂ ਤੇ ਅੱਗੇ ਜੇ ਕੋਈ ਜਾਣਦਾ ਜੇ ਬਣਾਇਆ ਹੀ ਨਹੀਂ, ਥਾਂ ਹੀ ਨਹੀਂ ਬਣਾਈ, ਮੈਂ ਹੁਣ ਜਾਵਾਂ ਕਿੱਧਰ ਨੂੰ। ਉਦਾਹਰਣ ਮੈਂ ਤਾਂ ਦੇ ਰਿਹਾ ਵੀ ਪਕੜ ਸਾਡੇ ਗੱਲ ਆ ਜੇ। ਹੁਣ ਬੰਦਿਆ ਤੂੰ ਕੋਈ ਸਾਧਨ ਨਹੀਂ ਬਣਾਇਆ, ਕੋਈ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਹੁਣ ਦੱਸ ਕਿੱਧਰ ਨੂੰ ਜਾਏਗਾ, ਕਿਹੜੇ ਪਾਸੇ ਜਾਏਗਾ। ਤੂੰ ਤੇ ਕੋਈ ਆਗੇ ਕੋ ਕਿਛ ਤੁਲਹਾ ਬੰਦੋ, ਕਿਆ ਪਰਵਾਸਾ ਤਨ ਕਾ। ਇਹ ਤਨ ਦਾ ਕੋਈ ਭਰੋਸਾ ਨਹੀਂ ਹੈ। ਇੱਥੇ ਤੇ ਬੜੇ ਆਲਣੇ ਬਣਾ ਲਏ ਨੇ, ਇੱਥੇ ਤੇ ਇੱਕ ਬੰਦੇ ਨੇ 4-4 ਘਰ ਬਣਾਏ ਹੋਏ ਨੇ। ਇੱਕ ਤੇ ਨਹੀਂ ਗੁਜ਼ਾਰਾ ਹੋਇਆ ਵੀ ਫਲਾਣੀ ਥਾਂ ਤੇ ਵੀ ਮੇਰਾ, ਫਲਾਣੀ ਕੰਟਰੀ 'ਚ ਵੀ ਮੇਰਾ ਘਰ ਹੈਗਾ ਹੈ, ਉੱਥੇ ਵੀ ਮੇਰਾ ਕਾਰੋਬਾਰ ਹੈਗਾ ਹੈ, ਪਰ ਜਿੱਥੇ ਜਾਣਾ ਹੈ ਨਾ ਉੱਥੇ ਵਾਸਤੇ ਕੋਈ ਘਰ ਨਹੀਂ ਤਿਆਰ ਕੀਤਾ। ਆਗੇ ਕੋ ਕਿਛ ਤੁਲਹਾ ਬਾਂਧੋ, ਕਿਆ ਪਰਵਾਸਾ ਤਨ ਕਾ। ਮੇਰੇ ਸਾਹਿਬ ਜੀ ਕਹਿ ਰਹੇ ਨੇ, ਜੇਹਾ ਬੀਜੈ ਸੋ ਲੁਣੈ। ਲੁਣਾ ਮੀਨਸ ਜਿਵੇਂ ਜਾਂ ਤੂੰ ਬੀਜ ਬੀਜੇਗਾ ਤੈਨੂੰ ਉਵੇਂ ਜਾਂ ਪ੍ਰਾਪਤ ਹੋਵੇਗਾ। ਹੁਣ ਮੈਂ ਇਹਦਾ ਹੋਰ ਵਿਸਥਾਰ ਕਰਾਂ ਤੇ ਸਮਾਂ ਜ਼ਿਆਦਾ, ਸਮਾਂ ਮੇਰੇ ਕੋਲ ਪੂਰਾ ਮੇਰਾ ਹੋ ਗਿਆ ਹੈ। ਮੇਰੇ ਪਾਤਸ਼ਾਹ ਕਹਿੰਦੇ ਨਰੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਫਿਰ ਕਿਹਾ ਜਿਨ ਕੋ ਸਾਧੂ ਭੇਟੀ ਹੈ, ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ, ਸੋ ਦਰਗਾਹ ਹੋਏ ਖਲਾਸ। ਰੱਬ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਜਾਂਦੇ ਨੇ। ਕਰ ਕਿਰਪਾ ਪ੍ਰਭ, ਹੇ ਮੇਰੇ ਮਾਲਕਾ ਮੇਰੇ ਤੇ ਵੀ ਕਿਰਪਾ ਕਰ।
हे मेरे वाहिगुरु मेरे ते भी किरपा कर। केड़ी किरपा कर? तेरे दर्शन होए प्यास, मैनू तेरे दर्शनां दी दीदार दी तांग लगी रवे, मेरे अंदर तेरे दर्शनां दी प्यास बनी रवे। प्रभ तुद बिन दूजा को नहीं, नानक की अरदास। ये मेरी अरदास है। ते भाई जेड़े अरदास करते ने ना, फिर क्या आषाढ़ सुहंदा तिस लगे, जिस मन हर चरण निवास। जिन्हां दे मन दे विच परमात्मा दे चरण निवास है, जिन्हां दे मनां दे विच परमात्मा दी सिੱਖਿਆ है, उपदेश है, उन्हां दे वास्ते ये हाड़ दा महीना तपदा नहीं, सुहंदा है। ते जिन्हां दे हिरदे घर विच परमात्मा दा नाम नहीं, उन्हां वास्ते तपंदा है। ये फैसला हुण आपां सारियां ने करना है भी असी सुहंदा बनाउणा है जां तपंदा बनाउणा है। मेरियां भुल्लां नाच तारदियां सीस दिया जे, किधरे महाराज किरपा करन इन्हां बचनां ते मैनूं भी तुरना आ जावे। वाहिगुरू जी का खालसा, वाहिगुरू जी की फतेह।